ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਦੇਸ਼ ਦੁਨੀਆ ਦੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਖਬਰਾਂ ਟੌਪ ਦੀਆਂ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਕੀ ਖੇਤੀ ਕਾਨੂੰਨਾਂ ਨੂੰ 2 ਸਾਲ ਦੇ ਲਈ ਰੋਕਿਆ ਜਾ ਸਕਦਾ, ਇਸ ਉੱਤੇ ਮੰਨ ਜਾਣਾ ਚਾਹੀਦਾ। ਕਿਸਾਨ ਇਸ ਬਾਰੇ ਕੀ ਕਹਿੰਦੇ ਨੇ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਬਿਆਨ ਹੁਣ ਬੜੀ ਚਰਚਾ ਦੇ ਵਿੱਚ ਚੱਲ ਰਿਹਾ। ਕੈਪਟਨ ਸਾਹਿਬ ਕਹਿੰਦੇ ਨੇ ਕਿ ਸਾਡੇ ਤੱਕ ਇਹ ਖਬਰਾਂ ਪਹੁੰਚ ਰਹੀਆਂ ਨੇ ਕਿ ਸਰਕਾਰ ਜੇ 18 ਮਹੀਨੇ ਦੀ ਗੱਲ ਕਹਿੰਦੀ ਹੈ, ਕਿਸਾਨ 3 ਸਾਲ ਦੀ ਗੱਲ ਕਰ ਰਹੇ ਨੇ ਤੇ 2 ਸਾਲ ਤੱਕ ਜਿਹੜਾ ਉਹ ਸ਼ਾਇਦ ਇਹ ਸਮਝੌਤਾ ਹੋ ਜਾਣਾ ਚਾਹੀਦਾ। ਹੋਣਾ ਚਾਹੀਦਾ ਕਿ ਨਹੀਂ ਚਾਹੀਦਾ, ਉਹਦੇ ਉੱਤੇ ਗੱਲਬਾਤ ਕਰਾਂਗੇ। ਦੂਜੀ ਗੱਲ ਇਹ ਹੈ ਕਿ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਹਸ਼ਰ ਭਾਜਪਾ ਦਾ ਹੋਇਆ, ਇਹਨੂੰ ਲੈ ਕੇ ਭਾਜਪਾ ਦੇ ਵਿੱਚ ਅੰਦਰੂਨੀ ਜਿਹੜੀ ਖਾਨਾ ਜੰਗੀ ਉਹ ਸ਼ੁਰੂ ਹੋ ਚੁੱਕੀ ਹੈ। ਖਬਰਾਂ ਨੇ, ਉਸ ਖਬਰ ਉੱਤੇ ਵੀ ਅਸੀਂ ਚਰਚਾ ਕਰਾਂਗੇ ਕਿ ਕਿਸ ਤਰੀਕੇ ਦੀਆਂ ਜਿਹੜੀਆਂ ਭਾਜਪਾ ਦੇ ਵਿੱਚ ਕਲੇਸ਼ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਹੋਰ ਵੀ ਖਬਰਾਂ ਨੇ ਕਿ ਦਿਸ਼ਾ ਰਵੀ ਨੇ ਕਿਹਾ ਕਿ ਜੇ ਕਿਸਾਨਾਂ ਦੇ ਹੱਕ ਵਿੱਚ ਗੱਲ ਕਰਨਾ ਦੇਸ਼ ਧਰੋਹ ਹੈ ਤਾਂ ਮੈਂ ਜੇਲ੍ਹ ਦੇ ਵਿੱਚ ਹੀ ਰਹਿਣਾ ਪਸੰਦ ਕਰਾਂਗੀ। ਇਸ ਮਾਮਲੇ ਦੇ ਵਿੱਚ ਲਗਾਤਾਰ ਸੁਣਵਾਈ ਜਿਹੜੀ ਚੱਲ ਰਹੀ ਹੈ, ਹਾਲਾਂਕਿ ਜ਼ਮਾਨਤ ਜਿਹੜੀ ਹੈ ਉਹ ਨਹੀਂ ਹੋਈ। ਲੱਖਾ ਸਿਧਾਣਾ ਵੱਲੋਂ ਅਗਲੇ ਦਿਨਾਂ ਦੇ ਵਿੱਚ 23 ਤਰੀਕ ਨੂੰ ਜਿਹੜਾ ਬਠਿੰਡਾ ਦੇ ਵਿੱਚ ਇੱਕ ਵੱਡੀ ਰੈਲੀ ਸੱਦੀ ਗਈ ਹੈ, ਉਸ ਉੱਤੇ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਕਿਆਸ ਰਾਈਆਂ ਲੱਗ ਰਹੀਆਂ ਨੇ ਕਿ ਆਖਿਰਕਾਰ ਇਸ ਰੈਲੀ ਨੂੰ ਸੱਦਣ ਦਾ ਅਸਲ ਮਕਸਦ ਕੀ ਹੈ, ਪਿੱਛੇ ਕੀ ਹੈ। ਲੱਖਾ ਸਿਧਾਣਾ ਹੁਣ ਤੱਕ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਇਆ। ਕਿਸਾਨਾਂ ਦੇ ਵੱਲੋਂ ਅੱਜ ਬਰਨਾਲਾ ਦੇ ਵਿੱਚ ਵੀ ਇੱਕ ਵੱਡੀ ਰੈਲੀ ਕੱਢੀ ਜਾ ਰਹੀ ਹੈ। ਉਸ ਰੈਲੀ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਸ਼ਾਮਲ ਹੋਣਗੇ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਇਸ ਸਭ ਉੱਤੇ ਗੱਲਬਾਤ ਕਰਨ ਦੇ ਲਈ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪਰਮਿੰਦਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਸੁਖਵਿੰਦਰ ਸਿੰਘ ਜੀ। ਪਰਮਿੰਦਰ ਜੀ, ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੀ ਜਿਹੜੇ ਦੀ ਚਰਚਾ ਹੋ ਰਹੀ ਹੈ, ਉਹਨੂੰ ਕਿੱਦਾਂ ਦੇਖਦੇ ਹੋ? ਕਿਉਂਕਿ ਸਵਾਲ ਉੱਠਣਾ ਹੈ ਕਿ ਸੰਵਿਧਾਨ ਜਦੋਂ ਇਹ ਕਹਿੰਦਾ ਹੀ ਨਹੀਂ ਕਿ ਤੁਸੀਂ ਸੂਬਿਆਂ ਦੇ ਅਧਿਕਾਰਾਂ ਦੇ ਵਿੱਚ, ਸੂਬਿਆਂ ਦੇ ਵਿੱਚ ਦਖਲਅੰਦਾਜ਼ੀ ਕਰੋ, ਫਿਰ ਕਾਨੂੰਨ ਰੱਦ ਕਿਉਂ ਨਹੀਂ ਹੋਣੇ ਚਾਹੀਦੇ? ਜੇ ਕਿਉਂ 2 ਸਾਲ ਤੱਕ ਮੰਨਣਾ ਚਾਹੀਦਾ ਜੇ ਉਹ ਗੱਲ 2 ਸਾਲ ਤੱਕ ਵੀ ਹੁੰਦੀ ਹੈ? ਸੁਖਵਿੰਦਰ ਜੀ, ਪਹਿਲਾਂ ਹੀ ਤਾਂ ਗੱਲ ਇਹ ਹੈ ਕਿ ਜਿਹੜਾ ਬਿਆਨ ਦੀ ਗੱਲ ਕੀਤੀ ਜਾ ਰਹੀ ਹੈ ਮੀਡੀਆ ਦੇ ਵਿੱਚ ਕਿ ਬਿਆਨ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ, ਉਹ ਹਾਲਾਂਕਿ ਪੂਰੀ ਤਰ੍ਹਾਂ ਬਿਆਨ ਨਹੀਂ ਹੈਗਾ ਉਹਨਾਂ ਦਾ। ਤਾਂ ਸਿਰਫ ਇੱਕ ਗੱਲ ਉਹਨਾਂ ਨੇ ਇਹ ਗੱਲ ਕਹੀ ਹੈ ਕੈਪਟਨ ਅਮਰਿੰਦਰ ਸਿੰਘ ਨੇ, ਜਿੱਥੇ ਤੱਕ ਆਪਾਂ ਪੜ੍ਹਨ ਦੇ ਵਿੱਚ ਆਇਆ ਕਿ ਵੀ ਮੇਰੇ ਕੋਲ ਕੁਝ ਕਿਸਾਨ ਜਥੇਬੰਦੀਆਂ ਦੀ ਇੱਦਾਂ ਦੀ ਗੱਲ ਆ ਰਹੀ ਹੈ ਕਿ ਸ਼ਾਇਦ ਉਹ ਮੰਨ ਜਾਣ ਵੀ 2 ਸਾਲ ਦੀ ਗੱਲ ਹੋ ਰਹੀ ਹੈ ਜਾਂ 18 ਮਹੀਨਿਆਂ ਦੀ ਹੋ ਰਹੀ ਹੈ ਜਾਂ 3 ਸਾਲ ਦੀ ਹੋ ਰਹੀ ਹੈ, ਤਾਂ ਸ਼ਾਇਦ 2 ਸਾਲ ਤੱਕ ਕਿਤੇ ਨਾ ਕਿਤੇ ਜਾ ਕੇ ਗੱਲ ਖਤਮ ਹੋ ਸਕਦੀ ਹੈ। ਤੇ ਇੱਕ ਸੰਭਾਵਨਾ ਜਤਾਈ ਆ ਕੈਪਟਨ ਅਮਰਿੰਦਰ ਸਿੰਘ ਨੇ। ਬਾਕੀ ਇਸ ਸੰਭਾਵਨਾ ਦੇ ਉੱਤੇ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਗੱਲ ਬਿਲਕੁਲ ਕਹਿ ਲਓ ਢੁਕਦੀ ਨਹੀਂ ਹੈਗੀ ਕਿ ਜਦੋਂ ਸੰਵਿਧਾਨਕ ਤੌਰ 'ਤੇ ਸੂਬਿਆਂ ਨੂੰ ਹੱਕ ਮਿਲਿਆ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦੀ ਹਮਾਇਤ ਕਿਉਂ ਕਰ ਰਹੇ ਨੇ? ਆਪਣਾ ਸੰਵਿਧਾਨਕ ਹੱਕ ਕਿਉਂ ਖੋਹ ਰਹੇ ਨੇ, ਜਦ ਕਿ ਆਵਾਮ ਜਿਹੜੀ ਹੈਗੀ ਹੈ, ਜਿਹੜੇ ਕਿਸਾਨ ਨੇ ਜਿਨ੍ਹਾਂ ਦੇ ਲਈ ਕਾਨੂੰਨ ਬਣਾਏ ਗਏ, ਕਿਹਾ ਜਾ ਰਿਹਾ ਕਿ ਇਹਨਾਂ ਦੇ ਫਾਇਦੇ ਲਈ ਹੈ, ਉਹ ਉਹਨਾਂ ਦੇ ਨਾਲ ਖੜੇ ਹੈ। ਕਿਸਾਨ ਉਹ ਕਾਨੂੰਨ ਦਾ ਵਿਰੋਧ ਕਰ ਰਹੇ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਮੁਸ਼ਕਿਲ ਨਹੀਂ ਹੋਣੀ ਚਾਹੀਦੀ ਕਿ ਉਹਨਾਂ ਦਾ ਵਿਰੋਧ ਕਰੇ ਕਾਨੂੰਨਾਂ ਦਾ, ਉਹਨਾਂ ਨੂੰ ਰੱਦ ਕਰਨ ਦੀ ਗੱਲ ਕਰਨ। ਇਹਨਾਂ ਗੱਲਾਂ ਦੀ ਹਮਾਇਤ ਕਿਉਂ ਕਰਦੇ ਆ? ਕਾਫੀ ਸਾਰੀਆਂ ਗੱਲਾਂ ਜਿਹੜੀਆਂ ਨਿਕਲ ਕੇ ਆਉਂਦੀਆਂ ਨੇ ਇਸ ਜਿਹੜੀ ਬਿਆਨਬਾਜ਼ੀ ਦੇ ਬਾਅਦ, ਜਿਹੜੀਆਂ ਉਹ ਇਹ ਨੇ ਕਿ ਜੇ ਸਮਝੌਤਾ ਮੰਨ ਲਓ ਕੁਛ ਜਥੇਬੰਦੀਆਂ ਤਿਆਰ ਵੀ ਨੇ ਤਾਂ ਕੀ ਉਹ ਹੱਲ ਹੈ? ਸਥਾਈ ਤੌਰ 'ਤੇ ਇਹਨਾਂ ਬਿੱਲਾਂ ਦਾ ਹੱਲ ਕੀ ਆ, ਕਾਨੂੰਨਾਂ ਦਾ ਹੱਲ ਕੀ ਹੈ? 2 ਸਾਲ ਦੀ ਰੋਕ ਤੋਂ ਬਾਅਦ ਕੌਣ ਜ਼ਿੰਮੇਵਾਰੀ ਲੈਂਦਾ ਕਿ ਇਸ ਕਾਨੂੰਨ ਲਾਗੂ ਨਹੀਂ ਹੋਣਗੇ? ਜੇ ਅੱਜ ਸਰਕਾਰ ਸਮਝਾ ਨਹੀਂ ਪਾ ਰਹੀ ਕਿਸਾਨਾਂ ਨੂੰ ਤਾਂ ਕੌਣ ਹੋਏਗਾ ਜਿਹੜਾ 2 ਸਾਲ ਬਾਅਦ ਆ ਕੇ ਸਮਝਾ ਦੇਗਾ? ਜਾਂ ਕੀ ਅੱਜ ਉਹ ਕਾਨੂੰਨ ਕਿਸਾਨਾਂ ਲਈ ਫਾਇਦੇਮੰਦ ਨਹੀਂ? ਕਿਸਾਨ ਸੜਕਾਂ 'ਤੇ ਖੜਾ ਹੈ, ਫਸਲਾਂ ਤੱਕ ਨੂੰ ਅੱਗ ਲਾਉਣ ਨੂੰ ਫਿਰਦਾ ਹੈ ਇਹਨਾਂ ਕਾਨੂੰਨਾਂ ਪਿੱਛੇ, ਤਾਂ 2 ਸਾਲ ਬਾਅਦ ਕਿਵੇਂ ਸਹਾਈ ਸਿੱਧ ਹੋ ਸਕਦੇ ਨੇ, ਕਿਵੇਂ ਲਾਭਦਾਇਕ ਹੋਣਗੇ? ਇਹੋ ਜਿਹੀ ਕਿਹੜੀ ਸੋਧ ਆ ਜਿਹੜੀ 2 ਸਾਲ ਬਾਅਦ ਲਾਗੂ ਕਰਨ ਤੋਂ ਬਾਅਦ ਕਿਸਾਨਾਂ ਨੂੰ ਫਾਇਦਾ ਦੇ ਦੇਗੀ, ਜਿਹੜੀ ਹੁਣ ਨਹੀਂ ਹੋ ਸਕਦੀ? ਸੋ ਇਹ ਗੱਲਾਂ ਜਿਹੜੀਆਂ ਨੇ ਸਾਰੀਆਂ ਇਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਭਰਮ ਭੁਲੇਖੇ 'ਚ ਪਾਉਣ ਵਾਲੀਆਂ ਨੇ। ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਕਰਦੇ ਨੇ, ਚਾਹੇ ਨਰਿੰਦਰ ਮੋਦੀ ਕਰਦੇ ਨੇ, ਚਾਹੇ BJP ਪੰਜਾਬ ਦੀ ਕਰਦੀ ਆ, ਉਹ ਇਹਨਾਂ ਗੱਲਾਂ ਪਿੱਛੇ ਕਿਸਾਨ ਨਹੀਂ ਆਉਂਦੇ। ਪਹਿਲੀ ਗੱਲ ਦਾ ਤਾਂ ਇਹੀ ਜਵਾਬ ਦੇ ਦੇਣ ਜਿਹੜੇ ਇੱਦਾਂ ਦੀਆਂ ਗੱਲਾਂ ਕਰਦੇ ਨੇ, ਭਾਈ ਇਹ ਕਾਨੂੰਨ ਲਿਆਉਣ ਦੀ ਲੋੜ ਕੀ ਆ? ਉੱਦਾਂ ਵੀ ਭਲਾ ਨਹੀਂ ਹੋ ਸਕਦਾ ਕਿ ਸਾਰਾ ਕੁਝ ਕਾਨੂੰਨਾਂ ਨਾਲ ਹੀ ਹੁੰਦਾ? ਜੇ ਉਹ ਚਾਹੁੰਦੇ ਨਹੀਂ ਤਾਂ ਉਹ ਉਹਨਾਂ ਨੂੰ ਕਿਉਂ ਕਾਨੂੰਨ ਧੱਕੇ ਨਾਲ ਥੋਪੀ ਜਾ ਰਹੇ? ਹਰਜੀਤ ਸਿੰਘ ਗਰੇਵਾਲ ਦਾ ਹੁਣ ਬਿਆਨ ਚੱਲ ਰਿਹਾ ਸੀ ਕਿ ਕੁਝ ਜਥੇਬੰਦੀਆਂ ਜਾਂ ਕਿਸਾਨ ਤਾਂ ਜਿਹੜੇ ਬੈਠੇ ਨੇ ਉਹਨਾਂ ਨੂੰ ਗੁੰਮਰਾਹ ਕਰ ਰਹੇ ਨੇ ਉਹਨਾਂ ਦੇ ਲੀਡਰ। ਤੇ ਜੇ ਲੀਡਰ ਗੁੰਮਰਾਹ ਕਰਦੇ ਨੇ ਤਾਂ ਉਹਨਾਂ ਨੂੰ ਜਾ ਕੇ ਤੁਸੀਂ ਦੱਸੋ ਨਾ, ਕਿਸਾਨਾਂ ਦੀ ਸਟੇਜ 'ਤੇ ਚਲੇ ਜਾਓ, ਇਹ ਭਾਈ ਆਹ ਸਾਡੇ ਕੋਲ ਤੁਹਾਡਾ ਫਾਇਦਾ ਇਹਦੇ 'ਚ ਹੈਗਾ, ਜੇ ਨਹੀਂ ਦਿਖਦਾ ਤੁਹਾਨੂੰ ਤੁਸੀਂ ਰਹਿਣ ਦਿਓ, ਅਸੀਂ ਰਹਿਣ ਦਿੰਦੇ ਹਾਂ। ਗੱਲ ਤਾਂ ਇੰਨੀ ਆ। ਉਹਨਾਂ ਨੂੰ ਸਮਝਾਊ ਕੌਣ?
ਸਮਝਾਉਣ ਵਾਸਤੇ ਗੱਲਬਾਤ ਚੱਲ ਰਹੀ ਹੈ, ਤੁਸੀਂ ਸਮਝਾ ਹੀ ਨਹੀਂ ਪਾਈ। ਬੀਜੇਪੀ ਸਰਕਾਰ ਸਮਝਾ ਹੀ ਨਹੀਂ ਪਾਈ ਉਹਨਾਂ ਨੂੰ। ਉਹ ਗੱਲ ਇੱਕ ਕਰਦੇ ਨੇ ਵੀ ਕਾਨੂੰਨ ਬਣਾਉਣ ਦੀ ਲੋੜ ਦੱਸ ਦਿਓ ਕੀ ਹੈ, ਤੇ ਕਾਨੂੰਨ ਰੱਦ ਕਰਨ ਨਾਲ ਕੀ ਨੁਕਸਾਨ ਹੈ। ਇਹ ਨਹੀਂ। ਤੀਜੀ ਗੱਲ, 2 ਸਾਲ ਬਾਅਦ ਮੰਨ ਲਓ 2 ਸਾਲ ਦਾ ਕੋਈ ਹੋਲਡ ਹੋ ਜਾਂਦਾ ਕਿਸੇ ਤਰੀਕੇ ਨਾਲ, ਵੈਸੇ ਤਾਂ ਇਹਦਾ ਹੱਲ ਹੈ ਨਹੀਂ, ਇਹ ਸਥਾਈ ਹੱਲ ਕੋਈ ਨਹੀਂ ਹੈਗਾ 2 ਸਾਲ ਹੋਲਡ ਕਰਨਾ, ਹੱਲ ਤਾਂ ਰੱਦ ਕਰਨਾ ਹੀ ਆ। ਤੇ ਕੀ ਇਹ ਤਾਂ ਨਹੀਂ ਹੈ ਕਿ ਜਾਂ ਬਈ 2 ਸਾਲ ਬਾਅਦ ਸਰਕਾਰ ਚੇਂਜ ਹੋਣ ਦੀ ਸੰਭਾਵਨਾ ਲਾਈ ਬੈਠਾ ਹੋਵੇ ਕੋਈ, ਕਾਂਗਰਸ ਵੀ ਸੈਂਟਰ 'ਚ ਕਾਂਗਰਸ ਆ ਜਾਏਗੀ ਤੇ ਉਹ ਆਪਣਾ ਚੋਣ ਮੈਨੀਫੈਸਟੋ ਰੱਖ ਲੈਣ ਵੀ ਅਸੀਂ ਕਾਨੂੰਨ ਰੱਦ ਕਰ ਦਾਂਗੇ, ਠੀਕ ਹੈ, ਉਹਦਾ ਫਾਇਦਾ ਲੈ ਲੈਣ। ਤੇ ਇਹ ਚੀਜ਼ਾਂ ਨੋਟ ਹੁੰਦੀਆਂ ਨੇ ਕਿਤੇ ਨਾ ਕਿਤੇ। ਲੋਕ ਸਾਰੇ ਸਮਝਦਾਰ ਨੇ, ਪੜ੍ਹਦੇ ਨੇ, ਲਿਖਦੇ ਨੇ। ਉਹ ਖਾਸ ਕਰ ਜਿਹੜੇ ਉੱਥੇ ਲੀਡਰ ਬੈਠੇ ਨੇ, ਉਹ ਸਾਰੇ ਅੱਗੇ ਜਿਹੜੀ ਉਹਨਾਂ ਦੀ ਰਣਨੀਤੀ ਹੁੰਦੀ ਆ ਉਹ ਫਿਊਚਰ ਨੂੰ ਮੁੱਖ ਰੱਖ ਕੇ ਹੀ ਹੁੰਦੀ ਆ। ਇੱਕ ਹੋਰ ਚਰਚਾ ਇਹਦੇ ਵਿੱਚ ਹੈ ਵੀ ਜਦੋਂ ਕਹਿੰਦੇ ਨੇ ਕਿ ਇਸ ਮਾਮਲੇ ਦੇ ਵਿੱਚ ਸਿਆਸੀ ਪਾਰਟੀਆਂ ਨੂੰ ਕਿਸਾਨ ਨੇੜੇ ਨਹੀਂ ਲੱਗਣ ਦਿੰਦੇ, ਅਸੀਂ ਗੱਲ ਕਿਸ ਪਾਸੇ ਕਰੀਏ, ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਤੱਕ, ਪਰ ਕੀ ਸਿਆਸੀ ਪਾਰਟੀਆਂ ਨੂੰ ਚਾਹੀਦਾ ਨਹੀਂ ਕਿ ਜਦੋਂ ਤੁਸੀਂ ਰਾਜ ਪੰਜਾਬ ਦੇ ਵਿੱਚ ਕਰਨਾ ਹੈ, ਸੂਬਿਆਂ ਦੀ ਖੁਦ ਮੁਖਤਿਆਰੀ ਦਾ ਮਸਲਾ ਹੈ, ਤੁਸੀਂ ਉਸ ਚੀਜ਼ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰੋ, ਉਸ ਪਾਸੇ ਨੂੰ ਜਾਓ, ਬਸ਼ਰਤੇ ਇਸ ਦੇ ਕਿ ਮੰਨ ਜਾਣਾ ਚਾਹੀਦਾ ਕਿਸਾਨਾਂ ਨੂੰ। ਨਹੀਂ, ਹਾਂ, ਇਲਜ਼ਾਮ ਇਹੀ ਲਾਉਂਦੇ ਕਿ ਜਿਹੜੇ ਕਿਸਾਨ ਆਗੂ ਨੇ ਉਹ ਗੱਲਬਾਤ ਨਹੀਂ ਹੋਣ ਦਿੰਦੇ ਜਾਂ ਉਹ ਗੱਲਬਾਤ ਸਿਰੇ ਨਹੀਂ ਚੜ੍ਹਨ ਦਿੰਦੇ। ਤੇ ਦੂਜੇ ਪਾਸੇ ਗੱਲ ਕਰੀ ਜਾਂਦੀ ਹੈ ਕਿ ਜਿਹੜੀ ਇੱਕ ਕਮੇਟੀ ਬਣਾ ਲਈ ਜਾਵੇ, 5 ਮੈਂਬਰੀ ਕਮੇਟੀ ਬਣਾ ਲਓ, ਠੀਕ ਹੈ, ਹੋਲਡ ਕਰ ਲੈਂਦੇ ਹਾਂ ਜੀ, 5 ਮੈਂਬਰੀ ਕਮੇਟੀ ਬਣਾ ਲਓ, ਉਹਦੇ ਨਾਲ ਹੱਲ ਹੋ ਜਾਊਗਾ। ਤੇ ਉਹ 5 ਮੈਂਬਰ ਕਿਹੜੇ ਹੋਣਗੇ ਉਹਨਾਂ ਦੇ ਵਿੱਚ ਜਿਹੜੇ ਹੱਲ ਕਰਾਉਣਗੇ, ਉਹਦਾ ਮਸਲਾ ਹੱਲ ਕਰਾਉਣਗੇ, ਉਹ ਵੀ ਤਾਂ ਆਗੂ ਹੀ ਹੋਣਗੇ ਨਾ। ਤੇ ਜੇ ਅੱਜ ਉਹਨਾਂ ਦੀ ਗੱਲ ਤੁਸੀਂ ਕਹਿ ਰਹੇ ਹੋ ਕਿ ਉਹ ਹੱਲ ਨਹੀਂ ਹੋਣ ਦੇ ਰਹੇ, ਫਿਰ 5 ਮੈਂਬਰੀ ਕਮੇਟੀ ਦੇ ਵਿੱਚ ਇਹੋ ਜਿਹਾ ਕਿਹੜਾ ਬੰਦਾ ਆਏਗਾ ਜਿਹੜਾ ਹੱਲ ਕਰਵਾ ਲੇਗਾ? ਉਹ ਇਹੋ ਜਿਹਾ ਕੌਣ ਹੈ ਬੰਦਾ? ਇਹ ਤਾਂ ਗੱਲਾਂ ਨੇ ਸਿਰਫ ਭਰਮਾਉਣ ਨਾਲ ਕਿ ਕਿਸੇ ਤਰੀਕੇ ਅੰਦੋਲਨ ਖਤਮ ਹੋਵੇ। ਆਪਾਂ ਵਿੱਚੋਂ ਗੱਲ ਵੀ ਚੱਲ ਰਹੀ ਸੀ ਕਿ 2 ਸਾਲ ਹੋਲਡ ਕਰ ਦਿਓ। 2 ਸਾਲ ਬਾਅਦ ਜੇ ਸਰਕਾਰ ਫੇਰ ਇਹ ਆ ਜਾਂਦੀ ਆ, ਚਾਹੇ ਤੁਸੀਂ ਹੁਣ EVM ਦਾ ਰੌਲਾ ਬੀਜੇਪੀ ਵੀ ਪਾਉਣ ਲੱਗ ਗਈ ਆ ਕਿਤੇ ਨਾ ਕਿਤੇ, ਲੁਕਵੀਂਵਾਦ 'ਚ ਦਵੀਂਵਾਦ 'ਚ, ਤੇ EVM ਦਾ ਜੇ ਸਹਾਰਾ ਲੈ ਕੇ ਸਰਕਾਰ ਬਣਾਤੀ, ਫਿਰ ਇਹ ਲਾਗੂ ਕਰਨ ਤੋਂ ਕੌਣ ਰੋਕੂਗਾ ਇਹਨਾਂ ਨੂੰ? ਜਿਹੜਾ ਵੀ ਕੋਈ ਇੱਦਾਂ ਦੀ ਜ਼ਿੰਮੇਵਾਰੀ ਲੈਂਦਾ ਉਹ ਸਾਹਮਣੇ ਆਵੇ, ਉਹ ਕਹੇ ਕਿ ਮੈਂ ਜ਼ਿੰਮੇਵਾਰੀ ਲੈਣਾ ਕਿ ਅੱਗੇ ਤੋਂ ਬਾਅਦ 2 ਸਾਲ ਬਾਅਦ ਜੇ ਕਿਸਾਨਾਂ ਨੂੰ ਨਹੀਂ ਲੱਗੇਗਾ ਫਾਇਦੇਮੰਦ ਤਾਂ ਲਾਗੂ ਨਹੀਂ ਹੋਣ ਦੇਵਾਂਗੇ। ਉਹ ਐਸਾ ਕਿਹੜਾ ਆਪਾਂ ਕਹਿ ਲਓ ਯੋਜਨਾ ਹੋਏਗੀ, ਕਿਹੜਾ ਇਹੋ ਜਿਹਾ ਢੰਗ ਹੋਏਗਾ ਜਿਹਦੇ ਨਾਲ ਕਿਸਾਨਾਂ ਦਾ ਇਹ ਜਿਹੜਾ ਹੁਣ ਅੰਦੋਲਨ ਚੱਲ ਰਿਹਾ ਰੋਕਣ ਵਾਸਤੇ, ਉਹ ਅੰਦੋਲਨ ਨਾ ਹੋ ਕੇ ਉਹ ਢੰਗ ਅਪਣਾ ਕੇ ਤੁਸੀਂ ਸਰਕਾਰ ਨੂੰ ਰੋਕ ਦੋਗੇ ਲਾਗੂ ਕਰਨ ਤੋਂ। ਐਸਾ ਚੀਜ਼ਾਂ ਇਹ ਦੱਸਣੀਆਂ ਚਾਹੀਦੀਆਂ ਨੇ। ਸੋ ਇਹ ਸਿਰਫ ਭਰਮ ਜਾਲ ਹੈ। ਆਲੇ ਦੁਆਲੇ ਸਟੇਟਾਂ ਦੇ ਵੀ ਉਹਨਾਂ ਦੇ ਮੁੱਖ ਮੰਤਰੀਆਂ 'ਤੇ ਹੋਏਗਾ, ਸੈਂਟਰ ਗੌਰਮੈਂਟ ਦਾ, ਕਿਉਂਕਿ GST ਵਾਲਾ ਇਹ ਉਹ ਲੈਣਾ ਨਾਲ, ਠੀਕ ਹੈ, ਮੁਆਵਜ਼ੇ ਲੈਣੇ ਨੇ, ਕੁਛ ਹੋਰ ਲੈਣੇ ਨੇ, ਸਰਕਾਰ ਦੀਆਂ ਸਕੀਮਾਂ ਲੈਣੀਆਂ ਨੇ, ਪੈਸਾ ਲੈਣਾ ਸੈਂਟਰ ਗੌਰਮੈਂਟ ਤੋਂ। ਤਾਂ ਉਹਨਾਂ ਨੂੰ ਮੁੱਖ ਰੱਖ ਕੇ ਵੀ ਕਿਸੇ ਨਾ ਕਿਤੇ ਇਹ ਜੀ ਢਿੱਲ ਜਿਹੜੀ ਹੈਗੀ ਥੋੜ੍ਹਾ ਜਿਹਾ ਬਿਆਨਬਾਜ਼ੀ ਕਰਕੇ ਸਰਕਾਰ ਦੇ ਪਾਲੇ ਦੀ ਗੱਲ ਕਰਦੇ ਆ, ਸਰਕਾਰ ਦੇ ਪੱਖ ਦੀ ਗੱਲ ਕਰ ਦਿੰਦੇ ਆ ਮੁੱਖ ਮੰਤਰੀ। ਇਹ ਭਰਮ ਜਾਲ ਹੈ ਲੋਕਾਂ ਨੂੰ ਉੱਥੋਂ ਹਟਾਉਣ ਦਾ ਸਿਰਫ। ਬਿਲਕੁਲ। ਭਾਜਪਾ ਨੂੰ ਵੀ ਇਸ ਗੱਲ ਦਾ ਸ਼ਾਇਦ ਅੰਦਾਜ਼ਾ ਲੱਗ ਗਿਆ ਕਿ ਕਿਸਾਨ ਅੰਦੋਲਨ ਨਾਲ ਕਿੱਡੀ ਵੱਡੀ ਸੱਟ ਵੱਜ ਰਹੀ ਹੈ। ਦਿੱਲੀ ਦੇ ਵਿੱਚ ਮੰਥਨ ਚੱਲ ਰਿਹਾ, ਜਿਵੇਂ ਆਪਾਂ ਪਿਛਲੇ ਦਿਨਾਂ ਵਿੱਚ ਕਹਿੰਦੇ ਸੀ ਕਿ ਕਰ ਲੈਣਾ ਚਾਹੀਦਾ ਇੱਕ ਮੰਥਨ, ਉਹ ਮੰਥਨ ਚੱਲ ਰਿਹਾ। ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਾਹਿਬ ਹੋ ਗਏ, ਅਮਿਤ ਸ਼ਾਹ, JP ਨੱਡਾ ਭਾਜਪਾ ਦੇ ਕੌਮੀ ਪ੍ਰਧਾਨ, ਇਹ ਸਾਰੇ ਸ਼ਾਮਲ ਹੋਏ ਨੇ। ਪਿਛਲੇ ਦਿਨਾਂ ਦੇ ਵਿੱਚ ਵੀ ਇਹਨਾਂ ਦੀ ਜਿਹੜੇ ਗ੍ਰਹਿ ਮੰਤਰੀ ਸਾਹਿਬ ਸੀ, ਇਹਨਾਂ ਨੇ ਜਿਹੜੇ ਵੱਖ-ਵੱਖ ਸੂਬਿਆਂ ਦੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਸੀਗੀ, ਉਦੋਂ ਵੀ ਕੋਈ ਨਾ ਕੋਈ ਚਰਚਾ ਕਿਸਾਨੀ ਅੰਦੋਲਨ ਨੂੰ ਲੈ ਕੇ ਲਾਜ਼ਮੀ ਹੋਈ ਹੋਵੇਗੀ। ਤੇ ਹੁਣ ਵੀ ਜਿਹੜਾ ਕਿਹਾ ਜਾ ਰਿਹਾ ਕਿ BJP ਇੱਕ ਮੰਥਨ ਇਸ ਗੱਲ ਨੂੰ ਲੈ ਕੇ ਕਰ ਰਹੀ ਹੈ। ਦੂਜੇ ਪਾਸੇ ਇਹਨੂੰ ਨਾਲ ਹੀ ਜੋੜ ਲਈਏ ਕਿ ਪੰਜਾਬ ਦੇ ਵਿੱਚ ਜਿਵੇਂ ਦਾ ਕਲੇਸ਼ ਚੋਣ ਨਤੀਜਿਆਂ ਤੋਂ ਬਾਅਦ ਸਾਹਮਣੇ ਆ ਰਿਹਾ, ਪਾਟੋ ਧਾੜ ਹੋ ਗਏ ਲੀਡਰ, ਇਹ ਸਾਰੇ ਨੂੰ ਕਿੱਦਾਂ ਦੇਖਦੇ ਹੋ? ਕਿਸਾਨ ਅੰਦੋਲਨ ਕੋਈ ਛੋਟਾ ਅੰਦੋਲਨ ਤਾਂ ਰਿਹਾ ਨਹੀਂ। ਇਹ ਗੱਲ ਵੱਖਰੀ ਹੈ ਸੁਖਵਿੰਦਰ ਜੀ ਕਿ ਮੀਡੀਆ ਜਿਹੜਾ ਹੈਗਾ ਇਹਨੂੰ ਹਾਈਲਾਈਟ ਨਹੀਂ ਕਰ ਰਿਹਾ। ਜੋ ਕਿਸਾਨੀ ਅੰਦੋਲਨ ਦੇ ਪ੍ਰਭਾਵ ਪੈ ਰਹੇ ਨੇ ਨਾ ਦੇਸ਼ ਭਰ ਦੇ ਵਿੱਚ, ਉਹ ਰਾਜਸੀ ਪਾਰਟੀਆਂ ਸਾਰੀਆਂ ਉਸ ਤੋਂ ਡਰੀਆਂ ਹੋਈਆਂ ਨੇ। ਇਸ ਅੰਦੋਲਨ ਨੂੰ ਲੈ ਕੇ ਕੋਈ ਵੀ ਰਾਜਸੀ ਪਾਰਟੀ ਇਹ ਤਿਆਰ ਨਹੀਂ ਕਹਿਣ ਨੂੰ ਕਿ ਇੱਦਾਂ ਦੇ ਅੰਦੋਲਨ ਹੋਣੇ ਚਾਹੀਦੇ, ਕਿਉਂਕਿ ਸਰਕਾਰਾਂ ਹਰ ਇੱਕ ਦੀਆਂ ਬਣਦੀਆਂ ਨੇ, ਉਤਰਦੀਆਂ ਨੇ। ਸੱਤਾ ਦੇ ਵਿੱਚ ਕੋਈ ਵੀ ਆ ਕੇ ਬੈਠ ਸਕਦਾ, ਕੋਈ ਵੀ ਉਤਰ ਸਕਦਾ। ਸੋ ਉਹਨਾਂ ਨੂੰ ਇਹ ਪਤਾ ਵੀ ਜੇ ਲੋਕਾਂ ਨੂੰ ਇਹ ਗੱਲ ਪਤਾ ਲੱਗ ਗਈ ਕਿ ਇੱਦਾਂ ਦੇ ਇਕੱਠ, ਇੱਦਾਂ ਦੇ ਇਕਜੁੱਟਤਾ ਵਾਲੇ ਅੰਦੋਲਨ, ਇੱਦਾਂ ਦੇ ਜਨ ਅੰਦੋਲਨ ਨੇ ਜਿਹੜੇ ਉਹ ਤਖਤੇ ਪਲਟਦੇ ਨੇ, ਫਿਰ ਉਹ ਕਦੋਂ ਤੱਕ ਸੇਫ ਰਹਿਣਗੀਆਂ ਰਾਜਸੀ ਪਾਰਟੀਆਂ? ਉਹਨਾਂ ਦੀ ਸੱਤਾ ਕਦੋਂ ਤੱਕ ਬਚੀ ਰਹੇਗੀ? ਉਹ ਇਸ ਕਰਕੇ ਜਿਹੜੇ ਇਕੱਲਾ ਭਾਜਪਾ ਨਹੀਂ ਸੁਖਵਿੰਦਰ ਜੀ, ਮੰਥਨ ਤਾਂ ਸਾਰੀਆਂ ਹੀ ਪਾਰਟੀਆਂ ਕਰ ਰਹੀਆਂ ਨੇ, ਠੀਕ ਹੈ। ਮੀਡੀਆ ਦੇ ਵਿੱਚ ਰੋਕ ਲੱਗੀ ਹੋਈ ਹੈ। ਮੀਡੀਆ, ਨੈਸ਼ਨਲ ਮੀਡੀਆ ਜਾਂ ਹੋਰ ਮੀਡੀਆ ਜਿਹੜਾ ਹੈਗਾ ਉਹ ਨਹੀਂ, ਸੋਸ਼ਲ ਮੀਡੀਆ ਤੋਂ ਬਿਨਾਂ ਉਹ ਨਹੀਂ ਕਵਰ ਕਰ ਰਿਹਾ।
ਉਹ ਨਹੀਂ ਦਿਖਾ ਰਿਹਾ ਅਸਲੀਅਤ, ਜਿਹੜੀ ਅਸਲੀਅਤ ਹੈਗੀ ਆ ਉਹ ਚੀਜ਼ਾਂ ਦਿਖਾ ਰਹੀਆਂ ਨੇ ਜਿਹੜੀਆਂ ਮੋਦੀ ਸਰਕਾਰ ਵੱਲੋਂ ਰੋਕਾਂ ਲਾਈਆਂ ਗਈਆਂ ਨੇ ਜਾਂ ਇੱਦਾਂ ਦੇ ਮੰਥਨ ਜਿਹੜੇ ਹੋ ਰਹੇ ਨੇ ਉਹਨਾਂ ਤੋਂ ਸਪਸ਼ਟ ਹੋ ਰਿਹਾ ਹੈ ਕਿ ਸਰਕਾਰ ਕਿੰਨੇ ਦਬਾਅ 'ਚ ਹੈ ਔਰ ਕਿੱਡਾ ਕੁ ਪ੍ਰਭਾਵ ਅੰਦੋਲਨ ਛੱਡ ਰਿਹਾ। ਪੰਜਾਬ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਚੋਣਾਂ ਤੋਂ ਬਾਅਦ ਵੀ ਹੁਣ ਇਹ ਅੰਦਰੋਂ ਜਿਹੜਾ ਕਲੇਸ਼ ਪੈਦਾ ਹੋ ਗਿਆ ਉਹਦਾ ਹੋਣਾ ਹੀ ਸੀਗਾ। ਜ਼ਿੰਮੇਵਾਰੀ ਕੌਣ ਲਏਗਾ ਇਸ ਗੱਲ ਦੀ? ਜੇ ਪੰਜਾਬ ਦੇ ਵਿੱਚ ਚੋਣਾਂ 'ਚ ਹਾਰ ਹੋ ਗਈ, ਜਿਹੜੀਆਂ MC ਦੀਆਂ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ, ਤਾਂ ਉਹਦੀ ਜ਼ਿੰਮੇਵਾਰੀ ਕੌਣ ਲਏਗਾ? ਪੰਜਾਬ ਦਾ ਕੋਈ ਮੰਤਰੀ ਕਿਹਾ ਜਾਂਦਾ ਉੱਠ ਕੇ ਕਿਹਾ ਅੱਜ ਤੱਕ ਕਿ ਮੇਰੀ ਜ਼ਿੰਮੇਵਾਰੀ ਹੈ, ਮੈਂ ਇੱਥੇ ਪ੍ਰਧਾਨ ਸੀ, ਮੈਂ ਸਕੱਤਰ ਸੀ, ਜਾਂ ਮੈਂ ਖਜ਼ਾਨਚੀ ਸੀ, ਜਾਂ ਮੈਂ ਅਹੁਦੇਦਾਰ ਸੀ, ਕੋਈ ਮੇਰੀ ਜ਼ਿੰਮੇਵਾਰੀ ਬਣਦੀ ਸੀ, ਮੈਨੂੰ ਚੋਣਾਂ ਦਾ ਜਿਹੜਾ ਜ਼ਿੰਮੇਵਾਰੀ ਸੌਂਪੀ ਗਈ ਸੀ ਤੇ ਮੈਂ ਨਹੀਂ ਨਿਭਾ ਪਾਇਆ ਜਾਂ ਮੈਂ ਨਹੀਂ ਕਾਰਗੁਜ਼ਾਰੀ ਕਰ ਸਕਿਆ ਤਾਂ ਮੇਰੀ ਜ਼ਿੰਮੇਵਾਰੀ? ਕੋਈ ਨਹੀਂ ਬੋਲਿਆ, ਚਾਹੇ ਕੋਈ ਆਗੂ ਆ, ਵੱਡਾ ਛੋਟਾ ਜੋ ਵੀ ਆ, ਪ੍ਰਧਾਨ ਰਹੇ ਨੇ ਇੱਥੇ ਵੀ, ਤੇ ਉਹ ਪਤਾ ਹੈ ਉਹਨਾਂ ਨੂੰ ਕਿ ਸਾਰਾ ਕੁਛ ਤਾਂ ਉੱਤੋਂ ਹੈ। ਦਿੱਲੀ ਦੇ ਵਿੱਚ ਸਰਕਾਰ ਬੈਠੀ ਆ, ਮੰਨ ਨਹੀਂ ਰਹੀ, ਉਹਦਾ ਅੰਦੋਲਨ ਦਾ ਅਸਰ ਪੰਜਾਬ 'ਚ ਦੇਖਣ ਨੂੰ ਮਿਲਿਆ। ਤੇ ਅੰਦਰੋਂ ਕਲੇਸ਼ ਜਿਹੜਾ ਸ਼ੁਰੂ ਹੋਇਆ ਉਹ ਸੁਨੀਤਾ ਗਰਗ ਹੈ ਕੋਈ ਸੂਬਾ ਸਕੱਤਰ ਇਹਨਾਂ ਦੇ, ਉਹਦੇ ਤੇ ਇਲਜ਼ਾਮ ਲਾ ਰਹੇ ਆ ਉਹ ਕਿ ਉਹਨਾਂ ਨੇ ਜਿਹੜਾ ਫੰਡ ਆਏ ਨੇ 13 ਲੱਖ ਰੁਪਇਆ ਫੰਡ ਕੋਈ ਆਇਆ ਪਾਰਟੀ ਦਾ ਚੋਣਾਂ ਵਾਸਤੇ, ਉਹ ਉਮੀਦਵਾਰਾਂ ਦੇ ਵਿੱਚ ਸਹੀ ਤਰੀਕੇ ਨਾਲ ਵੰਡਿਆ ਨਹੀਂ ਗਿਆ, ਜਿਹਦੇ ਕਰਕੇ ਘਪਲੇਬਾਜ਼ੀ ਹੋਈ ਆ। ਤੇ ਉਹ ਕਹਿੰਦੇ ਵੀ ਇਕੱਲੇ ਉਮੀਦਵਾਰ ਦਾ ਡਾਟਾ ਮੰਗਾ ਕੇ ਜਾਂਚ ਹੋਣੀ ਚਾਹੀਦੀ ਹੈ ਔਰ ਇਹਨੂੰ ਬਰਖਾਸਤ ਕਰਨਾ ਚਾਹੀਦਾ। ਸੋ ਸਾਰੇ ਲੱਗੇ ਹੋਏ ਨੇ ਕਿ ਜੇ ਸਰਕਾਰ ਸਾਡੇ ਕੋਲ ਹੈ, ਸਾਨੂੰ ਮੌਕਾ ਮਿਲਿਆ ਤਾਂ ਛਕ ਲਓ, ਕਿਹੜਾ ਕੋਈ ਪੁੱਛਦਾ। ਤੇ ਉਹ ਚੀਜ਼ਾਂ ਸਾਰੀਆਂ ਲੋਕਾਂ ਦਾ ਪੈਸਾ ਹੈ, ਹੜੱਪ ਕਰ ਰਹੇ ਹੈ ਤੇ ਉਹਨਾਂ ਦੇ ਆਪਣੇ ਹੀ ਬੰਦੇ ਇਹਨਾਂ ਤੇ ਇਲਜ਼ਾਮ ਲਾ ਰਹੇ ਨੇ। ਦੇਖੋ ਕੀ ਬਣਦਾ ਹੁਣ। ਕਲੇਸ਼ ਤਾਂ ਪਿਆ ਤਾਂ ਵੋਟਾਂ 'ਚ ਹਾਰ ਕਰਕੇ ਹੈ ਨਾ, ਜੇ ਕਿਤੇ ਜਿੱਤ ਹੁੰਦੀ ਤਾਂ ਚਾਹੇ ਘਪਲਾ ਕਿੱਡਾ ਵੀ ਹੁੰਦਾ ਸਾਰੇ ਚੁੱਪ ਕਰ ਜਾਂਦੇ। ਜੀ ਅਗਲੀ ਖਬਰ ਜਿਹੜੀ ਹੈ ਆਪਾਂ ਉਹਦੀ ਗੱਲ ਕਰੀਏ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਆਮ ਆਦਮੀ ਪਾਰਟੀ ਤੇ ਲਗਾਤਾਰ ਜਿਹੜਾ ਪਾਣੀ ਪੀ ਕੋਸਦੇ ਨੇ ਹਰ ਵਾਰ। ਕੇਜਰੀਵਾਲ ਸਾਹਿਬ ਉਧਰ ਕਈ ਵਾਰ ਤਾਂ ਹੁਣ ਅੰਦੋਲਨ ਦੇ ਵਿੱਚ ਜਾਏ, ਕਿਸਾਨਾਂ ਦੇ ਨਾਲ ਗੱਲਬਾਤ ਹੋ ਗਈ, ਅੱਜ ਫਿਰ ਕਿਸਾਨਾਂ ਦੇ ਨਾਲ ਉਹਨਾਂ ਨੇ ਇੱਕ ਮੀਟਿੰਗ ਰੱਖੀ ਆ। ਉਹਨੂੰ ਕਿੱਦਾਂ ਦੇਖਦੇ ਹੋ ਕਿ ਭਰਮਾਉਣ ਦੇ ਤਰੀਕੇ ਜਿਹੜੇ ਨੇ, ਇੱਕ ਜਾਲ ਜਿਹੜਾ ਇੱਧਰੋਂ ਵੀ ਪਾਇਆ ਜਾ ਰਿਹਾ ਕਿ ਸਾਡੇ ਵੱਲ ਆਓ, ਜਾਂ ਪੰਜਾਬ ਦੇ ਵਿੱਚ ਸਿਆਸਤ ਜਿਹੜੀ ਨਜ਼ਰ ਆ ਰਹੀ ਹੈ 2022 ਨੂੰ ਲੈ ਕੇ ਇੱਕ ਨਿਸ਼ਾਨਾ ਉੱਧਰ ਵੀ ਹੈ? ਨਿਸ਼ਾਨਾ ਤਾਂ ਚੋਣਾਂ ਹੁੰਦੀਆਂ ਨੇ, ਇਹਦੇ ਵਿੱਚ ਤਾਂ ਕੋਈ ਦੁਰਾਮਾ ਨਹੀਂ। ਕੇਜਰੀਵਾਲ ਨੂੰ ਪਤਾ ਕਿ ਐਡਾ ਵੱਡਾ ਜਨ ਅੰਦੋਲਨ ਬਣ ਗਿਆ, ਪੰਜਾਬ ਤੋਂ ਸ਼ੁਰੂ ਹੋਇਆ ਸੀਗਾ ਤੇ ਉਹਦੇ ਵਿੱਚ ਫਾਇਦਾ ਲੈਣਾ ਤਾਂ ਹਰ ਇੱਕ ਚਾਹੁੰਦਾ ਹੀ ਆ। ਸੋ ਅੱਗੇ ਚੋਣਾਂ ਵੀ ਆ ਰਹੀਆਂ ਨੇ, ਉਹ ਆ ਇੱਦਾਂ ਦੀ ਮੀਟਿੰਗਾਂ ਨੇ ਜਿਹੜੀਆਂ ਉਹਦਾ ਫਾਇਦਾ ਲੈਣਾ ਚਾਹੁੰਦੇ ਨੇ ਕਿ ਮੈਂ ਤੁਹਾਡੇ ਨਾਲ ਆ, ਸੁਵਿਧਾਵਾਂ ਦੇਣੀਆਂ ਨੇ, ਸਹੂਲਤਾਂ ਦੇਣੀਆਂ ਨੇ। ਦਿੱਲੀ ਦੇ ਵਿੱਚ ਜਿੱਦਾਂ ਬੈਠੇ ਆ ਲੋਕ, ਉਹਨਾਂ ਨੂੰ ਕਿਵੇਂ ਨੇੜੇ ਲਾਉਣਾ ਹੈ, ਤੇ ਉਹ ਚੀਜ਼ ਦੀ ਕੋਸ਼ਿਸ਼ ਦੇ ਵਿੱਚ ਨੇ, ਸਾਰੇ ਕੋਸ਼ਿਸ਼ ਦੇ ਵਿੱਚ ਨੇ। ਸੋ ਕੇਜਰੀਵਾਲ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਤੇ ਕੈਪਟਨ ਅਮਰਿੰਦਰ ਸਿੰਘ ਵੀ ਜਿੱਦਾਂ ਬਿਆਨ ਦੇਈ ਜਾਂਦੇ ਨੇ, ਥੋੜ੍ਹਾ ਜਾ ਕੇ ਚੋਣਾਂ ਤੋਂ ਬਾਅਦ ਤੁਰੰਤ ਜਾ ਕੇ ਕਿਸਾਨਾਂ ਨੂੰ ਮਿਲੇ, ਠੀਕ ਹੈ। ਤੇ ਹੁਣ ਗੱਲਬਾਤ ਲਈ ਵੀ ਦੱਸਿਆ ਜਾ ਰਿਹਾ ਕਿ ਜਿੱਦਾਂ ਬਿਆਨ ਆਇਆ ਸੀ ਪਿੱਛੇ, ਹੁਣ ਅੱਜ ਕੱਲ੍ਹ ਦੀ ਗੱਲ ਹੈ ਇਹ, ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਗੱਲਬਾਤ ਰਾਹੀਂ ਸਿੱਟੇ ਨਿਕਲਦੇ ਨੇ। ਹੁਣ ਪੁੱਛਣ ਵਾਲਾ ਤਾਂ ਇਹ ਹੋਵੇ ਨਾ ਕਿ ਬੰਦਾ ਕਿ ਇਹਨਾਂ ਰਾਜਨੀਤਿਕ ਬੰਦਿਆਂ ਨੂੰ ਸਾਰਿਆਂ ਨੂੰ ਕਿ ਜੇ ਗੱਲਬਾਤ ਰਾਹੀਂ ਸਿੱਟੇ ਨਿਕਲਦੇ ਨੇ, ਤੁਹਾਨੂੰ ਪਤਾ ਹੀ ਹੈ ਕਿਹੜੀ ਗੱਲ ਇਹੋ ਜਿਹਾ ਕਿਹੜਾ ਕੋਈ ਜੰਗ ਜਾਂ ਹੋਈ ਹੈ ਜਿੱਦਾਂ ਕੋਈ ਐਡਾ ਵੱਡਾ ਕਿਹੜਾ ਅੰਦੋਲਨ ਹੈ ਜਿਹਦੇ ਬੈਠ ਕੇ ਗੱਲ ਨਹੀਂ ਹੋਈ, ਗੱਲਬਾਤ ਨਹੀਂ ਹੋਈ। ਤੇ ਗੱਲਬਾਤ ਤਾਂ ਹੁਣ ਮੀਟਿੰਗਾਂ ਸੱਦ ਰਹੇ ਨੇ, ਕਿਸਾਨ ਜਾ ਰਹੇ ਨੇ, ਜਾਣਾ ਵੀ ਚਾਹੀਦਾ। ਕਈ ਲੋਕ ਕਹਿੰਦੇ ਨੇ ਕਿ ਜਾਣਾ ਨਹੀਂ ਚਾਹੀਦਾ, ਜਾਣਾ ਚਾਹੀਦਾ ਕਿਉਂਕਿ ਸਰਕਾਰ ਦੀ ਨਲਾਇਕੀ ਸਾਬਤ ਹੁੰਦੀ ਹੈ। ਜੇ ਜਾਣਗੇ ਨਹੀਂ ਤਾਂ ਕਿਸਾਨਾਂ ਦੇ ਸਿਰ ਮੜਿਆ ਜਾਊਗਾ ਕਿ ਇਹ ਆ ਨਹੀਂ ਰਹੇ, ਵੀ ਇਹਨਾਂ ਨੂੰ ਇਹਦਾ ਮਤਲਬ ਇਹ ਗਲਤ ਨੇ, ਇਹਨਾਂ ਨੂੰ ਪਤਾ ਹੈ ਸਾਡੀ ਗਲਤੀ ਹੈ, ਇਸ ਕਰਕੇ ਇਹ ਮੀਟਿੰਗ 'ਚ ਨਹੀਂ ਆ ਰਹੇ। ਜੇ ਜਾਂਦੇ ਨੇ, ਜਾ ਕੇ ਪੁੱਛਦੇ ਨੇ, ਉਹ ਸਵਾਲਾਂ ਦਾ ਜਵਾਬ ਨਹੀਂ ਦੇ ਪਾ ਰਹੇ, ਤਾਂ ਹੀ ਨਹੀਂ ਮੀਟਿੰਗ ਸਿਰੇ ਨਹੀਂ ਚੜ੍ਹਦੀ। ਸੋ ਉਹ ਚੀਜ਼ ਕਰਨੀ ਚਾਹੀਦੀ ਹੈ। ਗੱਲਬਾਤ ਰਾਹੀਂ ਤਾਂ ਤਿਆਰ ਨੇ, ਕੈਪਟਨ ਸਾਹਿਬ ਨੂੰ ਵੀ ਸੋਚਣਾ ਚਾਹੀਦਾ ਵੀ ਕਿਸਾਨਾਂ ਨੇ ਕਦੋਂ ਜਵਾਬ ਦਿੱਤਾ। ਭਰਮ ਭੁਲੇਖੇ ਤਾਂ ਸਰਕਾਰਾਂ ਪਾਉਂਦੀਆਂ, ਅਸੀਂ ਗੱਲਬਾਤ ਲਈ ਤਿਆਰ ਹਾਂ, ਇੱਕ ਫੋਨ ਕਾਲ ਦੀ ਦੂਰੀ ਹੈ। ਫੋਨ ਕਾਲ ਤੁਹਾਨੂੰ ਕਿਉਂ ਕਰੇ? ਤੁਹਾਨੂੰ ਤਾਂ ਇਹ ਸੱਤਾਂ ਦੇ ਬਿਠਾਉਣ ਵਾਲੇ, ਤੁਸੀਂ ਕਰ ਲਓ, ਤੁਸੀਂ ਆ ਕੇ ਬੈਠ ਜਾਓ ਉਹਦੇ 'ਚ ਧਰਨੇ 'ਚ, ਤੁਹਾਨੂੰ ਕੀ ਪ੍ਰੋਬਲਮ ਹੈ? ਜਦੋਂ ਵੋਟਾਂ ਮੰਗਣ ਜਾਂਦੇ ਉਦੋਂ ਵੀ ਤਾਂ ਹੈ, ਤੁਸੀਂ ਜਾ ਕੇ ਗੱਲ ਕਰਕੇ ਨਿਬੇੜ ਦਿਓ। ਗੱਲ ਤਾਂ ਇੰਨੀ ਕਿ ਵੀ ਇਹਨਾਂ ਕੋਲ ਜਵਾਬ ਕੋਈ ਨਹੀਂ। ਤੇ ਕੈਪਟਨ ਸਾਹਿਬ ਵੀ ਇੱਦਾਂ ਦੇ ਬਿਆਨਬਾਜ਼ੀ ਦੇ ਕੇ ਲੋਕਾਂ ਨੂੰ ਭਰਮਾਉਣ ਦਾ ਹੀ ਯਤਨ ਕਰਦੇ ਨੇ। ਕੇਜਰੀਵਾਲ ਵੀ ਇੱਦਾਂ ਦੀ ਗੱਲ ਕਰ ਰਿਹਾ ਕਿ ਜਿਵੇਂ ਉਹਨਾਂ ਚੋਣਾਂ 'ਚ ਦੇਖਿਆ ਕਿ BJP ਦੀ ਹਾਰ ਹੋਈ ਆ ਤੇ ਇਹ ਕਿਸਾਨ ਅੰਦੋਲਨ ਦਾ ਅਸਰ ਆ। ਅਕਾਲੀ ਦਲ ਨੂੰ ਵੀ ਬਹੁਤੀਆਂ ਸੀਟਾਂ ਨਹੀਂ ਮਿਲੀਆਂ ਤੇ ਉਹਨਾਂ ਨੂੰ ਪਤਾ ਹੈ ਕਿ ਕਿਤੇ ਮੇਰਾ ਦਾਲ ਲੱਗ ਜੇ ਤੇ ਮੈਂ ਮੀਟਿੰਗਾਂ ਕਰਾਂ ਕਿਸਾਨਾਂ ਦੇ ਨਾਲ ਬੈਠ ਕੇ, ਉਹਨਾਂ ਨਾਲ ਗੱਲ ਸੁਣਾ ਤਾਂ ਮੇਰੀ ਉਹ ਮੀਟਿੰਗ ਦੀ ਚਰਚਾ ਜਿਹੜੀ ਪੰਜਾਬ 'ਚ ਹੋਵੇ, ਪੰਜਾਬ ਦੇ ਲੋਕਾਂ ਨੂੰ ਲੱਗੇ ਕਿ ਹਮਾਇਤੀ ਹੈ,
ਕੇਜਰੀਵਾਲ। ਸੋ ਇਹਨਾਂ ਭਰਮ ਜਾਲਾਂ ਦੇ ਵਿੱਚ ਲੋਕ ਆਉਣ ਵਾਲੇ ਨਹੀਂ। ਕੰਮ ਕਰੋਗੇ ਤਾਂ ਵੋਟ ਮਿਲੇਗੀ ਹੁਣ। ਤੇ ਇਹ ਅੰਦੋਲਨ ਹੈ ਜਿਹੜਾ ਇਹ ਤੁਹਾਨੂੰ ਸਤਰਕ ਕਰ ਰਿਹਾ, ਸੁਚੇਤ ਹੋ ਜਾਓ। ਕੰਮ ਕਰਨ ਦੀ ਗੱਲ ਕਰਦੇ ਹੋ, ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਬੜੇ ਗੰਭੀਰ ਇਲਜ਼ਾਮ ਲੱਗ ਰਹੇ ਨੇ। ਦਸੂਹਾ ਦੇ ਵਿੱਚ ਪਿਓ ਪੁੱਤ ਨੇ ਖੁਦਕੁਸ਼ੀ ਕਰ ਲਈ, ਕਿਸਾਨ ਪਰਿਵਾਰ ਤੋਂ ਸੀਗਾ। ਉਹ ਕਹਿੰਦੇ ਸਾਡਾ ਕਰਜ਼ਾ ਵੀ ਜਿਹੜਾ ਉਹ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਸਾਰਿਆਂ ਦਾ, ਕਿਸਾਨਾਂ ਦਾ ਕਰਜ਼ਾ, ਮਜ਼ਦੂਰਾਂ ਦਾ ਵੀ ਮਾਫ ਕਰਾਂਗੇ, ਉਹ ਨਹੀਂ ਮਾਫ ਹੋਇਆ। ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਉਹ ਭਾਰੀ ਜਿਹੜੀ ਪਰੇਸ਼ਾਨੀ ਦੇ ਵਿੱਚ ਸੀਗੇ। ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਵਿਰੋਧੀ ਇਹ ਗੱਲ ਕਹਿੰਦੇ ਨੇ, ਆਮ ਆਦਮੀ ਪਾਰਟੀ ਜਾਂ ਅਕਾਲੀ ਦਲ, ਉਹ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਤੇ ਜਿਹੜਾ ਹੁਣ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ, ਕਿਉਂਕਿ ਵਾਅਦੇ ਇਹਨਾਂ ਨੇ ਕੀਤੇ, ਇਹਨਾਂ ਦੇ ਮੂੰਹ ਚੋਂ ਨਿਕਲਿਆ ਕਿ ਅਸੀਂ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ ਉੱਥੋਂ ਤੱਕ ਜਾਵਾਂਗੇ। ਵਾਅਦਾ ਕੋਈ ਨਹੀਂ 4 ਸਾਲਾਂ 'ਚ ਇਹੋ ਜਿਹਾ ਪੂਰਾ ਹੋਇਆ ਜਿਹੜਾ ਕਿਸਾਨ ਕਹਿ ਸਕਣ ਕਿ ਹਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆਹ ਕੁਝ ਕੀਤਾ ਸਾਡੇ ਲਈ। ਨਹੀਂ, ਗੱਲ ਤਾਂ ਕਾਰਗੁਜ਼ਾਰੀ ਦੀ ਹੈ ਹੀ ਆ। ਇਹਦੇ ਵਿੱਚ ਆਮ ਆਦਮੀ ਪਾਰਟੀ 'ਚ ਕੋਈ ਬਿਆਨ ਦੇ ਦਿੰਦੀ ਹੈ ਤਾਂ ਉਹ ਕੋਈ ਆਪਾਂ ਕਹਿ ਸਕਦੇ ਹਾਂ ਗਲਤ ਵੀ ਨਹੀਂ ਹੈਗਾ। ਸਾਰੇ ਲੋਕਾਂ ਨੂੰ ਪਤਾ, ਜਿਹੜਾ ਬਿਆਨ ਦਿੱਤਾ ਇਹ ਵੀ ਪਤਾ ਹੀ ਹੈ। ਕਿਸ ਨੂੰ ਨਹੀਂ ਪਤਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਵਾਅਦੇ ਕੀਤੇ ਸੀ ਉਹਨਾਂ 'ਚੋਂ ਕਿੰਨੇ ਕੁ ਪੂਰੇ ਹੋਏ ਨੇ। ਤੇ ਦੂਜੀ ਗੱਲ ਜਿਹੜੀ ਹੈਗੀ ਆ, ਉਹ ਤਾਂ ਹੁਣ ਫੇਰ ਲੋਲੀਪੌਪ ਦੇ ਰਹੇ ਨੇ, ਫੇਰ ਸਬਜ਼ ਬਾਗ ਦਿਖਾ ਰਹੇ ਨੇ। ਉਹ ਤਾਂ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਸਬਜ਼ੀਆਂ ਤੇ MSP ਦੇ ਦਾਂਗੇ ਜੀ, ਲਾਲ ਲਕੀਰ ਵਾਲਿਆਂ ਨੂੰ ਉਹ ਰਜਿਸਟਰੀ ਹੋ ਜਾਏਗੀ ਜੀ, ਉਹਨਾਂ ਨੂੰ ਕਰਜ਼ੇ ਮਿਲਣਗੇ ਜੀ, ਲੋਨ ਲੈ ਸਕਦੇ ਨੇ ਜੀ, ਤੇ ਕਰਜ਼ਾ ਮਾਫੀ ਹੋਰ ਕਰੀ ਜਾਊਗੀ। ਖੇਤੀ ਕਰਜ਼ਾ ਮਾਫੀ ਜਿਹੜੀ ਹੈਗੀ ਕਿਸਾਨਾਂ ਦੀ ਉਹ ਵੀ ਕਰੀ ਜਾਊਗੀ। ਉਹ ਇਹ ਚੀਜ਼ਾਂ ਫਿਰ ਦੁਬਾਰੇ ਆ ਗਈਆਂ ਕਿ ਲੋਕਾਂ ਨੂੰ ਪਤਾ ਨਹੀਂ ਕਿੰਨੇ ਕੁ ਕਰਜ਼ੇ ਮਾਫ ਹੋ ਗਏ ਆ, ਖੁਦਕੁਸ਼ੀਆਂ ਕਿੰਨੀਆਂ ਕੁ ਰੁਕੀਆਂ ਨੇ, ਕਿੰਨੇ ਕੁ ਲੋਕਾਂ ਨੇ ਆਪਣੀ ਜਾਨ ਨਹੀਂ ਗਵਾਈ ਇਸ ਸਰਕਾਰ ਦੇ ਵੇਲੇ, ਕਿੰਨੇ ਕੁ ਲੋਕਾਂ ਦਾ ਕਰਜ਼ ਮਾਫ ਹੋ ਗਿਆ। ਸੋ ਸਾਰਾ ਕੁਝ ਉਹ ਪਤਾ ਹੀ ਆ। ਇਹੋ ਜਿਹੀ ਬਿਆਨਬਾਜ਼ੀ ਤੋਂ ਤਾਂ ਗੁਰੇਜ਼ ਹੀ ਕਰਨਾ ਚਾਹੀਦਾ। ਠੀਕ ਹੈ, ਜਿਨ੍ਹਾਂ ਨੇ ਹੁਣ ਜਿਨ੍ਹਾਂ ਦੀ ਜਾਨ ਗਈ ਹੈ ਉਸ ਪਰਿਵਾਰ ਲਈ ਕੀ ਕਰ ਰਹੇ ਕੋਈ ਪਾਰਟੀ? ਲੱਖਾਂ ਰੁਪਇਆ ਤਨਖਾਹਾਂ ਹੁੰਦੀਆਂ ਨੇ। ਪਿੰਡਾਂ ਦੇ ਪਿੰਡ ਤੁਸੀਂ ਅਡਾਪਟ ਵੀ ਕੀਤੇ ਨੇ ਪਹਿਲਾਂ ਪਿੱਛੇ ਜੇ। ਸਾਰੇ ਰਾਜਨੀਤਿਕਾਂ ਦੀ ਗੱਲ ਕਰਦੇ ਹਾਂ ਆਪਾਂ, ਇਕੱਲੇ ਬਿਆਨ ਦੇ ਤਾਂ ਉਹ ਨਹੀਂ। ਚਾਹੇ ਅਕਾਲੀ ਨੇ, ਚਾਹੇ ਕਾਂਗਰਸੀ ਨੇ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ BSP ਹੈ, BJP ਆ। ਜੇ ਇਹ ਚਾਹਣ ਤਾਂ ਇਹਨਾਂ ਦੀ ਆਪਣੀਆਂ ਜਾਇਦਾਦਾਂ ਦੇਖੋ ਕਿੰਨੀਆਂ ਨੇ। ਇਹ ਕਿਸਾਨਾਂ ਦਾ ਦੁੱਖ ਨਹੀਂ ਵੰਡਾ ਸਕਦੇ। ਹਾਲਾਂਕਿ ਹੁਣ ਚਲੋ ਇਹਨਾਂ ਨੇ ਮੁਆਵਜ਼ਾ ਵਗੈਰਾ ਜਾਰੀ ਕਰ ਦੇਣਾ, ਪਰ ਜੇ ਜਿਉਂਦੇ ਜੀ ਪਰਿਵਾਰ ਨੂੰ ਕੋਈ ਆਸਰਾ ਮਿਲ ਜਾਂਦਾ ਤੇ ਸ਼ਾਇਦ ਅੱਜ ਜਿਹੜੀ ਇਹੋ ਜਿਹੀ ਇੰਨੀ ਵੱਡੀ ਘਟਨਾ ਨਾ ਵਾਪਰਦੀ। ਸਰਕਾਰ ਦੇ ਮੱਥੇ ਤੇ ਕਲੰਕ ਦੇ ਬਰਾਬਰ ਹੈ। ਅਗਲੀ ਗੱਲ, ਲੱਖਾ ਸਿਧਾਣਾ ਲਾਈਵ ਹੋ ਕੇ ਕਿਸਾਨ ਜਥੇਬੰਦੀਆਂ ਦੇ ਉੱਤੇ ਵੀ ਕਾਫੀ ਮਤਲਬ ਕਿ ਗੋਲ-ਮੋਲ ਗੱਲਾਂ ਦੇ ਨਾਲ ਸਿੱਧਾ ਨਿਸ਼ਾਨਾ ਜਿਹੜਾ ਕਿਸਾਨ ਜਥੇਬੰਦੀਆਂ ਦੇ ਕਿ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਮਸਲੇ ਨੂੰ ਵੱਡੇ ਤਰੀਕੇ ਦੇ ਨਾਲ ਸਟੇਜ ਤੋਂ ਉਭਾਰਨਾ ਚਾਹੀਦਾ ਸੀ। ਦੂਜੀ ਗੱਲ, ਉਹ 23 ਤਰੀਕ ਨੂੰ ਪੰਜਾਬ ਦੇ ਵਿੱਚ ਰੈਲੀ ਜਿਹੜੀ ਉਹ ਬਠਿੰਡੇ ਮਹਾਰਾਜ ਕੈਪਟਨ ਅਮਰਿੰਦਰ ਸਿੰਘ ਦੇ ਪਿੰਡ ਵਿੱਚ ਕੀਤੀ ਜਾ ਰਹੀ ਹੈ। ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ? ਕੋਈ ਸਿਆਸੀ ਜ਼ਮੀਨ ਤਿਆਰ ਹੋ ਰਹੀ ਹੈ ਜਾਂ ਫਿਰ ਮਸਲਾ ਖੇਤੀ ਕਾਨੂੰਨਾਂ ਦਾ ਹੀ ਹੈ? ਹਾਲਾਂਕਿ ਉੱਥੇ ਗ੍ਰਿਫਤਾਰੀਆਂ ਦੀ ਗੱਲ ਜਿਹੜੀ ਆ ਉਹ ਜ਼ਿਆਦਾ ਉੱਭਰਨੀ ਹੈ। ਨਹੀਂ, ਖੇਤੀ ਕਾਨੂੰਨਾਂ ਦਾ ਮਸਲਾ ਹੈ ਹੀ ਹੈ ਨਾ। ਮਸਲਾ ਖੇਤੀ ਕਾਨੂੰਨਾਂ ਦਾ ਸਹਾਰਾ ਆ। ਜਿਹੜਾ ਹੁਣ ਮਕਸਦ ਹੈਗਾ ਰੈਲੀਆਂ ਕਰਨ ਦਾ ਜਾਂ ਇੱਦਾਂ ਵੱਖਰੇ ਹੋ ਕੇ ਚੱਲਣ ਦਾ, ਉਹ ਤਾਂ ਸਿਆਸਤ ਵੱਲ ਇਸ਼ਾਰਾ ਕਰਦਾ ਹੀ ਹੈ ਨਾ। ਤੇ ਸਿਆਸਤ ਵੱਲ ਜਾਏਗਾ ਹੀ ਜਾਏਗਾ। ਉਹ ਤਾਂ ਪਹਿਲਾਂ ਏਮ ਜੇ ਇੱਦਾਂ ਸੀਗਾ ਲੈ ਕੇ ਤੁਰੇ ਸੀ, ਤਾਂ ਹੁਣ ਉਹਨੂੰ ਪੂਰਾ ਵੀ ਕਰਨਾ ਹੈ। ਮਾੜੀ ਵੀ ਗੱਲ ਕੀ ਹੈ, ਲੋਕਤੰਤਰ ਹੈ, ਹਰ ਇੱਕ ਬੰਦੇ ਨੂੰ ਆਉਣ ਦਾ ਅਧਿਕਾਰ ਹੈਗਾ ਰਾਜਨੀਤੀ ਦੇ ਵਿੱਚ। ਦੂਜੀ ਗੱਲ, ਜਿਹੜੇ ਕਿਸਾਨ ਆਗੂ ਨੇ ਉਹ ਤਾਂ ਬਕਾਇਦਾ ਤੌਰ 'ਤੇ ਕਹਿ ਰਹੇ ਕਿ ਜਿਹਨੇ ਰਾਜਨੀਤੀ ਜਾਣਾ ਆ ਜਾਓ, ਸਾਨੂੰ ਕੋਈ ਉਹ ਨਹੀਂ, ਰੋਕ ਨਹੀਂ ਟੋਕ ਨਹੀਂ, ਕਿਸੇ ਨੂੰ ਸਾਨੂੰ ਕੋਈ ਇਤਰਾਜ਼ ਨਹੀਂ। ਸੋ ਜਿਹੜੇ ਬੰਦੇ ਇੱਦਾਂ ਦੇ ਹੈਗੇ ਨੇ, ਆਉਣਾ ਚਾਹੁੰਦੇ ਨੇ, ਆ ਵੀ ਰਹੇ ਨੇ, ਹੌਲੀ ਹੌਲੀ ਇੱਧਰਲੇ ਪਾਸੇ ਨੂੰ ਕਦਮ ਵਧਾਇਆ ਵੀ ਹੈਗਾ। ਦੂਜੀ ਗੱਲ ਹੈਗੀ ਜਿਹੜੀ ਜਿੱਦਾਂ ਚਾਹੇ ਦੀਪ ਸਿੱਧੂ ਦਾ ਮਾਮਲਾ ਸੀ, ਚਾਹੇ ਲੱਖਾ ਸਿਧਾਣਾ ਦਾ ਵੀ, ਇਹਨਾਂ ਤੇ ਲੱਖ ਰੁਪਏ ਦਾ ਇਨਾਮ ਰੱਖਿਆ, ਫੜ ਵੀ ਲਿਆ। ਇਹਨਾਂ ਦੇ ਅੱਗੇ ਬੰਦੇ ਵੀ ਟਰੇਸ ਹੋ ਗਏ ਕਿੱਥੋਂ ਕਿੱਥੇ ਆ, ਚਾਹੇ ਉਹ ਦਿਸ਼ਾ ਆ, ਚਾਹੇ ਉਹ ਜੈਕਬ ਆ, ਚਾਹੇ ਉਹ ਸ਼ਾਂਤਨੂ ਆ, ਜਾਂ ਬਾਹਰ ਬੈਠੇ ਨੇ ਬੰਦੇ ਜਿਹੜੇ ਜਿੱਦਾਂ ਗਰੇਟਾ ਵਰਗੇ, ਉਹਨਾਂ ਤੇ ਵੀ ਪਰਚੇ ਦੇ ਤੇ FIR ਹੋ ਗਈਆਂ। ਇਹਦੇ ਨਾਲ ਸੁਖਵਿੰਦਰ ਇੱਕ ਗੱਲ ਹੋਰ ਕਰਨੀ ਚਾਹਾਂ, ਲੱਗ ਦੀ ਗੱਲ ਹੈਗੀ ਹੈ ਜਿੱਦਾਂ, ਉਹ ਹੈਗੀ ਹੈ ਕਿ ਜਿੱਦਾਂ ਇਹ ਏਜੰਸੀਆਂ ਨੂੰ ਵਰਤਣ ਦਾ ਸ਼ੱਕ ਪਾ ਰਹੇ ਹੈ ਸਰਕਾਰ, ਬਈ ਸਰਕਾਰੀ ਤੰਤਰ ਬਣ ਕੇ ਰਹਿ ਗਿਆ, ਉਹ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੀਆਂ ਨੇ ਏਜੰਸੀਆਂ ਜਾਂ ਜੋ ਵੀ ਹੈ, ਮੀਡੀਆ ਚਾਹੇ ਕੁਛ ਹੈ। ਤਾਂ ਇੱਕ ਸਰਕਾਰ ਨੂੰ ਵੀ ਸੁਚੇਤ ਹੋ ਜਾਣਾ ਚਾਹੀਦਾ ਕਿ ਉਹ ਸਾਰਾ ਕੁਛ ਅਗਲੀ ਸਦਾ ਵਾਸਤੇ ਤਾਂ ਸਰਕਾਰ ਨੇ ਰਹਿਣਾ ਨਹੀਂ ਨਾ, ਕਿਤੇ ਨਾ ਕਿਤੇ ਜਾ ਕੇ ਤਾਂ ਰੋਕ ਲੱਗੂ ਕੋਈ। ਤੇ ਜਦੋਂ ਕੋਈ ਦੂਜੀ ਸਰਕਾਰ ਆਈ ਤਾਂ ਉਸ ਦੇ ਲਈ ਉਹ ਸਾਰਾ ਕੁਝ ਸਿਖਾ ਰਹੀ ਹੈ ਕਿਵੇਂ ਉਹਨਾਂ ਨੇ ਕੰਮ ਕਰਨਾ। ਤੇ ਏਜੰਸੀਆਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਕੱਲ੍ਹ ਨੂੰ ਦੂਜੀ ਸਰਕਾਰ ਆਏਗੀ, ਫਿਰ ਜਿਹੜੇ ਬੰਦਿਆਂ ਨੇ ਉਹਨਾਂ ਦੇ ਖਿਲਾਫ ਜਾਂ ਉਹਨਾਂ ਦੇ ਅਗੇਂਸਟ ਜਾ ਕੇ ਕੰਮ ਕੀਤਾ, ਨਿਰਪੱਖ ਜਾਂਚ ਨਹੀਂ ਕੀਤੀ ਜਾਂ ਲੋਕਾਂ ਦੇ ਭਲੇ ਲਈ ਨਹੀਂ ਕੰਮ ਕਰੇ, ਤਾਂ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ। ਦੂਜੀ ਜੇ ਸਰਕਾਰ ਆਉਂਦੀ ਹੈ ਤਾਂ ਉਹ ਨਹੀਂ ਏਜੰਸੀਆਂ ਵਰਤੇਗੀ, ਫਿਰ ਬਿਲਕੁਲ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਕਿੱਥੇ ਕੀ ਹੋ ਰਿਹਾ। ਉਹ ਵੀ ਤਾਂ ਤੁਹਾਡੇ ਵਾਂਗੂ
ਐਕਸਪਰਟ ਹੋ ਗਏ ਨਾ ਰਾਜਨੀਤੀ ਦੇ ਵਿੱਚ, ਉਹਨਾਂ ਨੂੰ ਵੀ ਪਤਾ ਹੈ ਕਿ ਏਜੰਸੀਆਂ ਦਾ ਵਿੱਚ ਕਿੱਥੋਂ ਕਿਵੇਂ ਕੱਢ ਕੇ ਲਿਆਉਣਾ, ਨਿਚੋੜ ਕਿਵੇਂ ਕੱਢਣਾ, ਕਿਵੇਂ ਵਰਤਣਾ ਉਹਨਾਂ ਨੂੰ। ਸੋ ਮੇਰੇ ਖਿਆਲ ਇਹ ਰੁਝਾਨ ਮਾੜਾ ਆ। ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਜਿੱਥੇ ਕੋਈ ਬੰਦਾ ਸਹੀ ਹੈ ਤਾਂ ਉਹ ਚਾਹੇ ਕੁਛ ਕਰ ਰਿਹਾ, ਜੇ ਸੰਵਿਧਾਨਕ ਤੌਰ ਤਰੀਕੇ ਨਾਲ ਸਹੀ ਚੱਲ ਰਿਹਾ, ਕਾਨੂੰਨ ਅਨੁਸਾਰ ਕਰ ਰਿਹਾ, ਤਾਂ ਉਹਦੇ 'ਤੇ ਕੋਈ ਰੋਕ ਨਹੀਂ ਹੋਣੀ ਚਾਹੀਦੀ। ਜਿਹੜੇ ਸੰਵਿਧਾਨ ਨੇ ਹੱਕ ਦਿੱਤੇ ਹੈ ਉਹਨਾਂ ਦੀ ਰਾਖੀ ਕਰਨਾ ਫਰਜ਼ ਹੁੰਦਾ ਕਾਨੂੰਨ ਦਾ, ਪ੍ਰਸ਼ਾਸਨ ਦਾ। ਤੇ ਇਹ ਨਹੀਂ ਹੈ ਕਿ ਤੁਸੀਂ ਉਹਦੇ ਸੰਵਿਧਾਨਕ ਹੱਕ ਖੋਲੋ, ਡਾਕਾ ਮਾਰੋ, ਉਹਨੂੰ ਸੰਘੀ ਨੱਪੋ ਉਹਦੀ। ਠੀਕ ਹੈ, ਮੀਡੀਆ ਕੈਪਚਰ ਕਰ ਲਿਆ, ਸੋਸ਼ਲ ਮੀਡੀਆ 'ਤੇ ਰੋਕਾਂ ਲਾ ਦਿੱਤੀਆਂ, ਲੋਕਾਂ ਦੇ ਰੋਕਾਂ ਲਾ ਦਿੱਤੀਆਂ, ਇਹ ਸਾਰੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਨੇ। ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੇ ਲੋਕਾਂ 'ਤੇ। ਏਜੰਸੀਆਂ ਵੀ ਜਿਹੜੀਆਂ ਹੈਗੀਆਂ ਨਿਰਪੱਖ, ਉਹਨਾਂ ਨੂੰ ਜਾਂਚ ਕਰਨੀ ਚਾਹੀਦੀ ਹੈ। ਲੱਖਾ ਸਿਧਾਣਾ ਦੀ ਗੱਲ ਜਿਹੜੀ ਚੱਲ ਰਹੀ ਹੈ, ਲੱਖਾ ਸਿਧਾਣਾ ਆਪਣਾ ਮਕਸਦ ਪੂਰਾ ਕਰਨ 'ਚ ਜੁਟਿਆ। ਜੇ ਵੀਡੀਓ ਕਿੱਥੋਂ ਵਾਇਰਲ ਹੋਈ, ਕਿਹਨੇ ਪਾਈ ਹੈ, ਉਹਦੀ ਫੇਸਬੁੱਕ 'ਤੇ ਅਪਲੋਡ ਹੋਈ ਹੈ, ਹੁਣ ਇੱਧਰਲੇ ਪਾਸੇ ਤੋਰ ਲੈਣਾ। ਸਰਕਾਰ ਕੋਲ ਮੁੱਦਿਆਂ ਦੀ ਘਾਟ ਹੁੰਦੀ ਹੈ ਤਾਂ ਇੱਦਾਂ ਦਾ ਸ਼ੁਰਲੀ ਆ ਜਾਂਦੀ ਹੈ, ਕੋਈ ਨਾ ਕੋਈ ਸਰਕਾਰ ਉੱਧਰਲੇ ਪਾਸੇ ਧਿਆਨ ਦੇ ਦਿੰਦੀ ਹੈ, ਮੀਡੀਆ ਕਨਵਰਟ ਕਰ ਦਿੰਦਾ। ਉਹ ਜਿਹੜਾ ਧਿਆਨ ਲੋਕਾਂ ਦਾ ਅੰਦਰੋਂ ਨਾਲੇ ਪਾਸੇ ਜਾਣਾ ਹੁੰਦਾ, ਉਹ ਇਹੋ ਜਿਹੇ ਲੋਕਾਂ ਦੇ ਪਿੱਛੇ ਲੱਗ ਜਾਂਦਾ। ਸੋ ਧਿਆਨ ਕਨਵਰਟ ਕਰਨ ਵਾਸਤੇ ਵੀ ਜਿਹੜੀ ਹੈਗੀ ਸ਼ੋਸ਼ੇਬਾਜ਼ੀ ਹੁੰਦੀ ਹੈ। ਇੱਦਾਂ ਚਰਚਾਵਾਂ ਅਖੀਰ ਦੇ ਵਿੱਚ ਦੱਸਿਓ ਇਹ ਵੀ ਨੇ ਕਿ ਜਿਸ ਤਰੀਕੇ ਦੇ ਨਾਲ ਲੱਖਾ ਸਿਧਾਣਾ ਜਾਂ ਦੀਪ ਸਿੱਧੂ ਤੇ ਸ਼ਿਕੰਜਾ ਕੱਸਿਆ ਜਾ ਰਿਹਾ, ਹੋ ਸਕਦਾ ਹੈ ਕਹਿੰਦੇ ਸਿਆਸੀ ਸਮੀਕਰਨ ਬਦਲਣ ਦੇ ਲਈ 2022 ਦੇ ਵਿੱਚ ਸ਼ਾਇਦ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਚੋਣ ਲੜਨ ਲੱਗ ਜਾਣ, ਪੰਜਾਬ ਦਾ ਸਿਆਸੀ ਸਮੀਕਰਨ ਪੂਰਾ ਹੀ ਬਦਲ ਜਾਏ। ਫਿਰ ਨਹੀਂ, ਸਮੀਕਰਨ ਤਾਂ ਬਦਲਣਗੇ, ਇਹਦੇ ਵਿੱਚ ਕੋਈ ਦੋ ਰਾਵਾਂ ਤਾਂ ਹੈ ਨਹੀਂ। ਜਿੱਦਾਂ ਦੀ ਹਾਲਾਤ ਜਿੱਦਾਂ ਦੇ ਹੁਣ ਹੈਗੇ ਨੇ, ਉਹਨਾਂ ਤੋਂ ਤਾਂ ਲੱਗਦਾ ਕਿ ਪੰਜਾਬ ਦੇ ਵਿੱਚ ਸਮੀਕਰਨ ਜਿਹੜੇ ਹੈਗੇ ਉਹ ਪੂਰਨ ਤੌਰ 'ਤੇ ਬਦਲਣਗੇ, ਕਿਉਂਕਿ ਆਵਾਮ ਤੱਕ ਆਵਾਜ਼ ਚਲੀ ਗਈ ਆ। ਜਿੰਨਾ ਕੁ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਦੋਂ ਕਿਤੋਂ ਵੱਧ ਲੋਕਾਂ ਦੇ ਮਨਾਂ 'ਚ ਚਲੀ ਹੈ, ਬੱਚੇ ਦੇ ਮਨ 'ਚ ਚਲੀ ਗਈ ਹੈ। ਅੱਜ ਜੇ ਕੋਈ ਘਰੋਂ ਨਾਅਰਾ ਵੀ ਉੱਠਦਾ ਤਾਂ ਉਹ ਮੋਦੀ ਦੇ ਅਗੇਂਸਟ ਉੱਠ ਰਿਹਾ ਹੈ, ਬੱਚੇ ਦੇ ਮੂੰਹੋਂ ਵੀ ਉੱਠਦਾ ਤਾਂ ਉਹ ਮੋਦੀ ਦੇ ਅਗੇਂਸਟ ਉੱਠ ਰਿਹਾ ਹੈ। ਅਤੇ ਉਹ ਚੀਜ਼ ਜਿਹੜੀ ਹੈਗੀ ਆ ਉਹ ਰਾਜਨੀਤਿਕ ਪਾਰਟੀਆਂ ਨੂੰ ਤਾਂ ਅੱਖੋਂ ਪਰੋਖੇ ਕਰਨ ਦਾ ਸੁਨੇਹਾ ਦੇ ਹੀ ਰਹੀ ਹੈ ਨਾ। ਖਾਸ ਕਰ ਉਹਨਾਂ ਜਿਹੜੀਆਂ ਰਵਾਇਤੀ ਪਾਰਟੀਆਂ ਲੰਬੇ ਸਮੇਂ ਤੋਂ ਰਾਜ ਕਰਦੀਆਂ ਨੇ, ਲੋਕਾਂ ਦਾ ਸਵਾਰਿਆ ਕੱਖ ਨਹੀਂ। ਅਤੇ ਉਹ ਸਮੀਕਰਨ ਤਾਂ ਬਦਲਣਗੇ। ਜੇਲ੍ਹਾਂ ਦੇ ਵਿੱਚੋਂ ਬੈਠ ਕੇ ਚੋਣ ਲੜੀ ਜਾਂਦੀ ਹੈ, ਹੱਕ ਹੈ, ਲੜ ਸਕਦੇ ਨੇ ਅਤੇ ਲੋਕ ਜਿਤਾਉਣਗੇ ਵੀ, ਇਹ ਵੀ ਕੋਈ ਸ਼ੱਕ ਨਹੀਂ ਹੈ, ਜਿਤਾਉਣਗੇ ਵੀ ਉਹਨਾਂ ਨੂੰ। ਅਤੇ ਉਹ ਹੁਣ ਅੱਗੇ ਉਹਨਾਂ ਦੀ ਕਾਰਗੁਜ਼ਾਰੀ 'ਤੇ ਡਿਪੈਂਡ ਕਰਦੇ ਕਿ ਲੋਕਾਂ ਲਈ ਕੰਮ ਕਰਦੇ ਨੇ ਜਾਂ ਉਹ ਵੀ ਰਾਜਨੀਤਿਕ ਹੋ ਕੇ ਬਾਹਰ ਨਿਕਲਦੇ ਨੇ, ਲੁੱਟਣ ਕੁੱਟਣ ਤੱਕ ਆਪਣਾ ਕੰਮ, ਆਪਣਾ ਢਿੱਡ ਭਰਨ ਤੱਕ ਹੀ ਰਹਿਣਗੇ। ਸੋ ਜਿੱਦਾਂ ਹੋਰਨਾਂ ਨੂੰ ਮੌਕਾ ਮਿਲਦਾ ਆ, ਕਿਉਂਕਿ ਲੋਕ ਬੜੀ ਛੇਤੀ ਭੁੱਲ ਜਾਂਦੇ ਨੇ ਅਸਲ ਦੇ ਵਿੱਚ। ਜਿਹੜੇ ਆਹ ਜ਼ੁਲਮ ਹੋ ਰਹੇ ਨੇ ਇਹਨਾਂ ਨੂੰ ਵੀ ਨਾ ਕਿਤੇ ਭੁੱਲ ਜਾਣਾ, ਅਤੇ ਕਿੰਨਾ ਸਮਾਂ ਯਾਦ ਰੱਖਦੇ ਨੇ, ਉਨਾ ਸਮਾਂ ਤਾਂ ਮੇਰੇ ਖਿਆਲ ਨਾਲ ਕੋਈ ਸਮੀਕਰਨ ਜਿਹੜੇ ਹੈਗੇ ਉਹ ਚੇਂਜ ਹੁੰਦੇ ਹੀ ਰਹਿਣੇ ਆ। ਅਦਰਵਾਈਜ਼ ਤਾਂ ਫਿਰ ਉਹੀ ਉੱਤਰ ਕਾਟੋ ਮੈਂ ਚੜ੍ਹਾਉਣ ਵਾਲੀ ਗੱਲ ਜਿਹੜੀ ਹੈ ਉਹ ਚੱਲੀ ਜਾਣੀ ਹੈ। ਜੀ ਸ਼ੁਕਰੀਆ, ਧੰਨਵਾਦ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਅਖੀਰ ਦੇ ਵਿੱਚ ਜਿਹੜੀ ਚਰਚਾ ਅਸੀਂ ਕੀਤੀ ਕਿ ਜੇਲ੍ਹ ਦੇ ਵਿੱਚੋਂ ਜੇਕਰ ਅਗਲੇ ਸਮੇਂ ਦੇ ਵਿੱਚ ਇੱਕ ਭਾਵੁਕਤਾ ਦਾ ਪੱਤਾ ਜਿਵੇਂ ਖੇਡਿਆ ਜਾਂਦਾ ਅਕਸਰ ਚੋਣਾਂ ਦੇ ਦੌਰਾਨ, ਸ਼ਾਇਦ ਲੱਖਾ ਸਿਧਾਣਾ ਜੇਕਰ ਗ੍ਰਿਫਤਾਰ ਹੁੰਦਾ ਤਾਂ ਉਸ ਤੋਂ ਬਾਅਦ ਇੱਕ ਨਵਾਂ ਸਮੀਕਰਨ ਜਿਹੜਾ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਦੇਖਣ ਨੂੰ ਮਿਲੇਗਾ, ਜਿਸ ਤੋਂ ਸ਼ਾਇਦ ਸਿਆਸੀ ਪਾਰਟੀਆਂ ਵੀ ਅੰਦਰ ਖਾਤੇ ਕੰਬੀਆਂ ਹੋਈਆਂ ਨੇ। ਇਹ ਸਭ ਉੱਤੇ ਤੁਹਾਡਾ ਕੀ ਕਹਿਣਾ, ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰੰਗ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।